ਕੱਲ ਸੋਮਵਾਰ ਨੂੰ ਸਾਨੂੰ ਉਹਨਾਂ ਨੇ ਪਾਰਲੀਮੈਂਟ 'ਚ ਬੁਲਾਇਆ ਸੀਗਾ ਪੀਯੂਸ਼ ਗੋਇਲ ਜੀ ਨੇ, ਉਹਦੇ ਨਾਲ ਸੀਨੀਅਰ ਆਫਿਸਰਸ ਤੇ MOS ਸੋਮ ਪ੍ਰਕਾਸ਼ ਜੀ। ਤੇ ਸਭ ਤੋਂ ਵੱਧ ਧੰਨਵਾਦ ਮੈਂ ਕਰਨਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਪੰਜਾਬ ਸਟੇਟ ਦਾ। ਉਹਦਾ ਸਭ ਤੋਂ ਵੱਡਾ ਇੰਪੈਕਟ ਹੋਇਆ ਕਿ MSME ਸੈਕਟਰ ਜਿਹਦੀ ਰਾਸ ਪੂੰਜੀ ਬਹੁਤ ਥੋੜ੍ਹੀ ਹੁੰਦੀ ਹੈ, ਉਹਦੀ ਬਾਇੰਗ ਕਪੈਸਿਟੀ ਘਟ ਗਈ। ਇੰਡੀਅਨ ਆਰਡਰ ਜਿਹੜੇ ਅਸੀਂ ਲੈ ਚੁੱਕੇ ਸੀ ਪੁਰਾਣੇ ਰੇਟਾਂ 'ਤੇ, ਉਹਨੂੰ ਸਪਲਾਈ ਨਹੀਂ ਕਰ ਪਾਏ। ਪਲੱਸ ਜਿਹੜੇ ਐਕਸਪੋਰਟ ਦੇ ਆਰਡਰ ਨੇ ਉਹਨਾਂ ਨੂੰ ਜੇ ਅਸੀਂ ਸਪਲਾਈ ਕਰਦੇ ਹਾਂ ਲਾਸ 'ਚ ਜਾਂਦੇ ਹਾਂ, ਜੇ ਨਹੀਂ ਸਪਲਾਈ ਕਰਦੇ ਜਿੱਥੇ ਸਾਡਾ ਕਸਟਮਰ ਲੂਜ਼ ਹੁੰਦਾ ਉੱਥੇ ਇੰਡੀਆ ਦੀ ਇੱਕ ਇਮੇਜ ਖਰਾਬ ਹੁੰਦੀ ਹੈ ਕਿ ਇੰਡੀਅਨ ਐਕਸਪੋਰਟਰ ਮਾਲ ਦੇ ਵਾਸਤੇ ਆਰਡਰ ਲੈ ਲੈਂਦੇ ਨੇ, ਮਾਲ ਨਹੀਂ ਸਪਲਾਈ ਕਰਦੇ। ਮੰਤਰੀ ਜੀ ਨੂੰ ਇਹ ਵੀ ਦੱਸਿਆ ਹੋਇਆ ਕਿ ਇੰਡੀਆ 2 ਕਰੋੜ ਸਾਈਕਲ ਬਣਾ ਕੇ ਚਾਈਨਾ ਜਿਹੜਾ ਅਸੀਂ 2 ਕਰੋੜ ਬਣਾ ਰਹੇ ਹਾਂ, ਚਾਈਨਾ 20 ਕਰੋੜ ਬਣਾ ਰਿਹਾ ਹੈ। ਸਾਡੇ ਤੋਂ 10 ਗੁਣਾ ਅੱਗੇ ਹੈਗਾ ਵਾ, 10 ਗੁਣਾ ਅੱਗੇ ਰਹਿ ਕੇ 1 ਨੰਬਰ 'ਤੇ ਅਸੀਂ ਪਿੱਛੇ ਰਹਿ ਕੇ 2 ਨੰਬਰ 'ਤੇ ਹਾਂ। ਅਸੀਂ ਉਹਨਾਂ ਨੂੰ ਮੰਗ ਇਹ ਕੀਤੀ ਹੈ ਕਿ ਸਾਨੂੰ ਸਟੀਲ ਥਰੂ ਆਊਟ ਦਾ ਈਅਰ ਰੈਗੂਲੇਟਡ ਪ੍ਰਾਈਸ 'ਤੇ ਰੀਜ਼ਨੇਬਲ ਪ੍ਰਾਈਸ 'ਤੇ ਲੈ ਕੇ ਦਿਓ। ਪ੍ਰਾਈਵੇਟ ਪਲੇਅਰ ਦਾ ਕਾਰਟਲ ਤੋੜੋ। ਜਦੋਂ ਪ੍ਰਾਈਵੇਟ ਪਲੇਅਰ ਐਬਨੋਰਮਲ ਰੇਟ ਹਾਈਕ ਕਰਦੇ ਨੇ, ਉਦੋਂ ਜਿਹੜੀ ਗਵਰਨਮੈਂਟ ਓਨਡ ਸਟੀਲ ਕੰਪਨੀਆਂ ਨੇ ਜਿਵੇਂ ਸੇਲ ਹੈ, ਇਹਨਾਂ ਨੂੰ ਜੰਪ ਕਰਕੇ ਵਿੱਚ ਆਉਣਾ ਚਾਹੀਦਾ ਹੈ। ਐਡੀਕੁਏਟ ਕੁਆਂਟਿਟੀ ਦੇ ਵਿੱਚ ਰੀਜ਼ਨੇਬਲ ਰੇਟ 'ਤੇ ਸਟੀਲ ਮਾਰਕੀਟ 'ਚ ਫਲੱਡ ਕਰ ਦਿਓ, ਇਹਨਾਂ ਦੀ ਬਲੈਕ ਖਤਮ ਹੋ ਜਾਏਗੀ। ਨਾਲ ਹੀ ਜਿਹੜਾ ਆਇਰਨ ਔਰ ਜਾਂ ਸਟੀਲ ਦੂਜੇ ਕੰਟਰੀ ਨੂੰ ਐਕਸਪੋਰਟ ਕਰ ਰਹੇ ਨੇ, ਬੈਨ ਲਗਾਇਆ ਜਾਵੇ ਤਾਂ ਕਿ ਜਦ ਤੱਕ ਇੰਡਸਟਰੀ ਲੋਕਲ ਇੰਡੀਅਨ ਦੀ ਭੁੱਖ ਪੂਰੀ ਨਹੀਂ ਹੁੰਦੀ ਐਕਸਪੋਰਟ ਨਾ ਕਰਨ ਦਿਓ। ਕਿਉਂਕਿ ਚਾਈਨਾ ਸਾਡਾ ਸਟੀਲ, ਸਾਡਾ ਰॉ ਮਟੀਰੀਅਲ ਲੈ ਕੇ ਆਪਣੇ ਫਿਨਿਸ਼ ਪ੍ਰੋਡਕਟ ਭੇਜ ਰਿਹਾ ਹੈ ਇੰਡੀਆ ਨੂੰ ਇੰਡਸਟਰੀ ਤਬਾਹ ਕਰਨ ਵਾਸਤੇ। ਅਸੀਂ ਇਹ ਵੀ ਦੱਸਿਆ ਕਿ ਇੰਡੀਅਨ ਇੰਡਸਟਰੀ ਨੂੰ ਅੱਗੇ ਲਿਜਾਣ ਵਾਸਤੇ ਸਾਡੀ ਟੈਕਨੋਲੋਜੀ ਦਾ ਗੈਪ ਬਹੁਤ ਜ਼ਿਆਦਾ ਹੈਗਾ। ਜਿਵੇਂ ਟੈਕਸਟਾਈਲ ਇੰਡਸਟਰੀ ਨੂੰ ਤੁਸੀਂ ਟਫ ਸਕੀਮ ਦਿੱਤੀ ਸੀ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ, ਉਸ ਤਰ੍ਹਾਂ ਦਾ ਫੰਡ ਦਿਓ ਤਾਂ ਕਿ ਅਸੀਂ ਅਲੋਏ ਸਟੀਲ, ਕਾਰਬਨ ਸਟੀਲ ਜਾਂ ਟਾਈਟੇਨੀਅਮ ਜਿੱਥੇ ਚਾਈਨਾ ਪਹੁੰਚ ਚੁੱਕਾ ਹੈ, ਅਸੀਂ ਲਈ ਸਾਰਾ ਲੋਹੇ ਦਾ ਸਾਈਕਲ ਬਣਾ ਰਹੇ ਹਾਂ ਆਲ ਸਟੀਲ। ਟੈਕਨੋਲੋਜੀ ਅਪਗ੍ਰੇਡ ਕਰੀਏ, ਸਾਨੂੰ ਰॉ ਮਟੀਰੀਅਲ ਕੰਪੀਟੀਟਿਵ ਪ੍ਰਾਈਸ 'ਤੇ ਇੰਟਰਨੈਸ਼ਨਲ ਕੁਆਲਿਟੀ ਐਂਡ ਸਟੈਂਡਰਡ ਦਾ ਪ੍ਰੋਵਾਈਡ ਕਰਾਓ। ਨਾਲ ਇੱਕ ਸਾਨੂੰ ਇੱਕ ਥੋੜ੍ਹਾ ਜਿਹਾ ਫੰਡ ਰੇਜ਼ ਕਰਕੇ ਦਿਓ, ਚਾਹੇ ਉਹ ਇੰਟਰਸਟ ਸਬਸਿਡੀ ਹੈ, ਤਾਂ ਕਿ ਅਸੀਂ ਬਾਹਰੋਂ ਟੈਕਨੋਲੋਜੀ ਅਤੇ ਮਸ਼ੀਨਰੀ ਲਿਆ ਕੇ ਅਨਟੱਚ ਏਰੀਏ ਜਿਹੜੇ ਯੂਰਪੀਅਨ ਕੰਟਰੀਜ਼ ਨੇ ਉਹਨਾਂ ਨੂੰ ਟੱਚ ਕਰਕੇ, ਜਿਹੜੇ ਇਸ ਵੇਲੇ ਚਾਈਨਾ ਤੋਂ ਦੂਰ ਹੋ ਰਹੇ ਨੇ, ਕਿਤੇ ਹੋਰ ਨਾ ਜਾਂਦੀ ਹੈ, ਇੰਡੀਆ 'ਚ ਲਿਆ ਕੇ ਪ੍ਰਧਾਨ ਮੰਤਰੀ ਜੀ ਦਾ ਆਤਮ ਨਿਰਭਰ ਤੇ ਵੋਕਲ ਫਾਰ ਲੋਕਲ ਦੇ ਸਲੋਗਨ ਨੂੰ ਸਾਕਾਰਤ ਕਰਕੇ ਦੱਸਿਆ। जनहितैषी TRP नहीं खरीदते, भरोसा जीतते हैं हम। जनहितैषी देख रहे हैं दर्शकों का स्वागत है जन जन की बात जनहितैषी के साथ। दोस्तों मैं संदीप शर्मा एक बार फिर तुहाडे नाल रूबरू हो रहा है। तो इस वेले का जिहड़ा मेन मुद्दा है, टॉपिक है, वो है एक बार फिर स्टील प्राइजेस नूं लैके पिछले दिनी इंडस्ट्री दे विच जिहड़ा खेल होया, जिस दे करके पूरी दी पूरी इंडस्ट्री ਦੀ ਦਾਰੋਮਦਾਰ ਸਾਖ 'ਤੇ ਲੱਗ ਗਈ। ਉਹ ਸਾਰੇ ਮਾਮਲਿਆਂ ਨੂੰ ਜਿੱਦਾਂ ਕਿ ਯੂਨਾਈਟਿਡ ਸਾਈਕਲ ਪਾਰਟ ਵੱਲੋਂ ਚੱਕਿਆ ਗਿਆ, ਖਾਸ ਕਰਕੇ DS ਚਾਵਲਾ ਜੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਗਿਆ ਮੰਤਰੀ ਸੋਮ ਪ੍ਰਕਾਸ਼ ਜੀ ਨਾਲ ਗੱਲ ਕਰਨ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਉਹ ਰੀਸੈਂਟਲੀ ਜਿਹੜਾ ਸੋਮਵਾਰ ਨੂੰ ਮਿਲ ਕੇ ਆਇਆ ਪੀਯੂਸ਼ ਗੋਇਲ ਜੀ ਨਾਲ। ਜੀ ਹਾਂ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਜੀ ਨਾਲ ਮਿਲ ਕੇ ਆਇਆ। ਸੋ ਜਾਣਦੇ ਉਹਨਾਂ ਤੋਂ ਕਿ ਕੀ ਮੁੱਦੇ ਰਹੇ, ਕਿੱਦਾਂ ਦੀ ਮੀਟਿੰਗ ਰਹੀ ਔਰ ਕਿੱਦਾਂ ਦੀਆਂ ਮੰਗਾਂ ਰੱਖੀਆਂ ਗਈਆਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜਨ ਹਿਤੈਸ਼ੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ ਪਤਾ ਲੱਗਿਆ ਸੋਮਵਾਰ ਨੂੰ ਤੁਸੀਂ ਡੈਲੀਗੇਸ਼ਨ ਇੱਕ ਵਾਰੀ ਫੇਰ ਲੈ ਕੇ ਗਏ ਅਤੇ ਸੋਮ ਪ੍ਰਕਾਸ਼ ਜੀ ਵੀ ਸੀਗੇ। ਸੋ ਕਿੱਦਾਂ ਦੀ ਮੀਟਿੰਗ ਰਹੀ, ਕੌਣ ਗਿਆ ਅਤੇ ਕੀ ਰਿਹਾ ਉੱਥੇ ਕੁੱਲ ਮਿਲਾ ਕੇ? ਦੇਖੋ, ਇਹ ਮੁੱਦਾ ਤਾਂ ਉਹੀ ਸੀਗਾ ਕਿ ਜਿਹੜੀਆਂ ਸਟੀਲ ਪ੍ਰਾਈਸਿਸ ਐਬਨੋਰਮਲ ਰਾਈਜ਼ ਕਰ ਰਹੀਆਂ ਨੇ, ਜਿਹਦੇ ਪਿੱਛੇ ਇੱਕ ਅਸੀਂ ਕਾਰਟਲ ਸੋਚ ਰਹੇ ਸੀਗੇ ਕਿ ਪ੍ਰਾਈਵੇਟ ਸਟੀਲ ਪ੍ਰੋਡਿਊਸਰ ਕਾਰਟਲ ਬਣਾ ਕੇ ਬੈਠੇ ਨੇ। ਇਹ ਕੋਈ ਨਵੀਂ ਮੀਟਿੰਗ ਫਿਕਸ ਨਹੀਂ ਹੋਈ ਜੀ। ਸੋਮ ਪ੍ਰਕਾਸ਼ ਜੀ ਜਦੋਂ ਸਾਨੂੰ ਚੰਡੀਗੜ੍ਹ ਮਿਲਣ ਆਏ ਸੀਗੇ, ਉਸ ਤੋਂ ਬਾਅਦ 'ਚ DGFT ਦੇ ਵਿੱਚ ਵੀ ਸੋਮ ਪ੍ਰਕਾਸ਼ ਜੀ ਨਾਲ ਮੀਟਿੰਗ ਹੋਈ। ਉਸ ਕੜੀ ਦਾ ਹੀ ਅਗਲਾ ਇਹ ਸੀਗਾ ਕੜੀ ਹੈ ਕਿ ਕੱਲ੍ਹ ਸੋਮਵਾਰ ਨੂੰ ਸਾਨੂੰ ਉਹਨਾਂ ਨੇ ਪਾਰਲੀਮੈਂਟ 'ਚ ਬੁਲਾਇਆ ਸੀਗਾ ਪੀਯੂਸ਼ ਗੋਇਲ ਜੀ ਨੇ, ਉਹਦੇ ਨਾਲ ਸੀਨੀਅਰ ਆਫਿਸਰਸ ਤੇ MOS ਸੋਮ ਪ੍ਰਕਾਸ਼ ਜੀ। ਤੇ ਸਭ ਤੋਂ ਵੱਧ ਧੰਨਵਾਦ ਮੈਂ ਕਰਨਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਪੰਜਾਬ ਸਟੇਟ ਦਾ, ਜਿਨ੍ਹਾਂ ਨੇ ਇਸ ਮੀਟਿੰਗ ਨੂੰ ਆਰਗੇਨਾਈਜ਼ ਕਰਾਇਆ। ਤੇ ਸੀਨੀਅਰ ਉਹਨਾਂ ਦੇ 3 ਆਫਿਸ ਬੇਅਰਰਸ, ਸ਼੍ਰੀ ਜੀਵਨ ਗੁਪਤਾ ਜੀ ਜਨਰਲ ਸੈਕਟਰੀ ਪੰਜਾਬ, ਗੁਰਦੇਵ ਸ਼ਰਮਾ ਜੀ ਦੇਬੀ ਜੀ ਫਾਈਨੈਂਸ ਸੈਕਟਰੀ ਪੰਜਾਬ,
ਤੇ ਸਾਡੇ ਲੁਧਿਆਣਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੀਜੇਪੀ ਪੁਸ਼ਪਿੰਦਰ ਸਿੰਘਲ ਜੀ, ਇਹਨਾਂ ਦੀ ਬੜੀ ਹੀ ਕੋਸ਼ਿਸ਼ ਸਦਕਾ ਤੇ ਸੋਮ ਪ੍ਰਕਾਸ਼ ਜੀ ਦੇ ਕੋਆਰਡੀਨੇਸ਼ਨ ਦੇ ਨਾਲ ਪੀਯੂਸ਼ ਜੀ ਨਾਲ ਮੀਟਿੰਗ ਹੋਈ ਆ। ਮੈਂ ਸਭ ਤੋਂ ਪਹਿਲਾਂ ਧੰਨਵਾਦ ਜ਼ਰੂਰ ਕਰਨਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਦੇ ਇੰਡਸਟਰੀ ਮਿਨਿਸਟਰ ਸਾਹਿਬ, ਮਿਨਿਸਟਰ ਆਫ ਸਟੇਟ ਸੋਮ ਪ੍ਰਕਾਸ਼ ਜੀ, ਜਿਨ੍ਹਾਂ ਨੇ 1 ਘੰਟੇ ਤੋਂ ਵੱਧ ਸਮਾਂ ਸਾਨੂੰ ਪਾਰਲੀਮੈਂਟ ਦੇ ਵਿੱਚ ਹੀ ਦਿੱਤਾ ਇੰਡਸਟਰੀ ਦੀ ਗੱਲਬਾਤ ਸੁਣਨ ਵਾਸਤੇ। ਇਸ ਡੈਲੀਗੇਸ਼ਨ ਦੇ ਵਿੱਚ ਹਾਈ ਪਾਵਰ ਡੈਲੀਗੇਸ਼ਨ ਸੀਗਾ, ਜਿਹਦੇ ਵਿੱਚ ਮੈਂ DS ਚਾਵਲਾ ਐਜ਼ ਪ੍ਰੈਜ਼ੀਡੈਂਟ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ, ਸਾਡੇ ਨਾਲ ਸਰ ਉਪਕਾਰ ਸਿੰਘ ਜੀ ਪ੍ਰੈਜ਼ੀਡੈਂਟ ਚੈਂਬਰ ਆਫ ਇੰਡਸਟਰੀ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਸਰ ਹਰਸਿਮਰਜੀਤ ਸਿੰਘ ਜੀ ਲੱਕੀ ਜਿਹੜੇ ਚੀਫ ਐਡਵਾਈਜ਼ਰ ਨੇ UCPMA ਦੇ, ਨਾਲ ਹੀਰੋ ਸਾਈਕਲ ਦੇ ਨੁਮਾਇੰਦੇ ਰੋਹਿਤ ਗੋਟੀ ਜੀ ਜਿਹੜੇ CEO ਨੇ, ਉਹਨਾਂ ਨੇ ਵੀ ਸਾਨੂੰ ਜੁਆਇਨ ਕੀਤਾ। ਪੰਕਜ ਮੁੰਜਾਲ ਜੀ ਅਨਫੋਰਚੂਨੇਟਲੀ ਲੰਡਨ ਤੋਂ ਜੁਆਇਨ ਨਹੀਂ ਕਰ ਪਾਏ। ਇੰਨੇ ਹਾਈ ਪਾਵਰ ਡੈਲੀਗੇਸ਼ਨ ਨੇ ਉਹਨਾਂ ਨੂੰ, ਮੰਤਰੀ ਜੀ ਨੂੰ ਫੈਕਟ ਐਂਡ ਫਿਗਰ ਦੇ ਨਾਲ ਇਹ ਸਮਝਾਇਆ ਕਿ ਇੰਡਸਟਰੀ ਦੇ ਵਿੱਚ ਸਟੀਲ ਪ੍ਰਾਈਸਿਸ ਵਧਣ ਦਾ ਕੀ ਇੰਪੈਕਟ ਹੋਇਆ ਵਾ। ਉਹਦਾ ਸਭ ਤੋਂ ਵੱਡਾ ਇੰਪੈਕਟ ਇਹ ਹੋਇਆ ਕਿ MSME ਸੈਕਟਰ, ਜਿਹਦੀ ਰਾਸ ਪੂੰਜੀ ਬਹੁਤ ਥੋੜ੍ਹੀ ਹੁੰਦੀ ਹੈ, ਉਹਦੀ ਬਾਇੰਗ ਕਪੈਸਿਟੀ ਘਟ ਗਈ। ਇੰਡੀਅਨ ਆਰਡਰ ਜਿਹੜੇ ਅਸੀਂ ਲੈ ਚੁੱਕੇ ਸੀ ਪੁਰਾਣੇ ਰੇਟਾਂ 'ਤੇ, ਉਹਨੂੰ ਸਪਲਾਈ ਨਹੀਂ ਕਰ ਪਾਏ। ਪਲੱਸ ਜਿਹੜੇ ਐਕਸਪੋਰਟ ਦੇ ਆਰਡਰ ਨੇ, ਉਹਨਾਂ ਨੂੰ ਜੇ ਅਸੀਂ ਸਪਲਾਈ ਕਰਦੇ ਹਾਂ ਲਾਸ ਵਿੱਚ ਜਾਂਦੇ ਹਾਂ, ਜੇ ਨਹੀਂ ਸਪਲਾਈ ਕਰਦੇ, ਜਿੱਥੇ ਸਾਡਾ ਕਸਟਮਰ ਲੂਜ਼ ਹੁੰਦਾ, ਉੱਥੇ ਇੰਡੀਆ ਦੀ ਇੱਕ ਇਮੇਜ ਖਰਾਬ ਹੁੰਦੀ ਹੈ ਕਿ ਇੰਡੀਅਨ ਐਕਸਪੋਰਟਰ ਮਾਲ ਦੇ ਵਾਸਤੇ ਆਰਡਰ ਲੈ ਲੈਂਦੇ ਨੇ, ਮਾਲ ਨਹੀਂ ਸਪਲਾਈ ਕਰਦੇ, ਅਤੇ ਜਿਹੜੇ ਦੂਜੇ ਕੰਟਰੀਜ਼ ਨੇ ਉਹ ਸਾਡੇ ਆਰਡਰਸ ਨੂੰ ਗ੍ਰੈਬਸ ਕਰਨਾ ਚਾਹੁੰਦੇ ਨੇ। ਅਸੀਂ ਮੰਤਰੀ ਜੀ ਨੂੰ ਇਹ ਵੀ ਦੱਸਿਆ ਹੋਇਆ ਕਿ ਇੰਡੀਆ 2 ਕਰੋੜ ਸਾਈਕਲ ਬਣਾ ਕੇ ਚਾਈਨਾ ਜਿਹੜਾ ਅਸੀਂ 2 ਕਰੋੜ ਬਣਾ ਰਹੇ ਹਾਂ, ਚਾਈਨਾ 20 ਕਰੋੜ ਬਣਾ ਰਿਹਾ, ਸਾਡੇ ਤੋਂ 10 ਗੁਣਾ ਅੱਗੇ ਹੈਗਾ ਵਾ। 10 ਗੁਣਾ ਅੱਗੇ ਰਹਿ ਕੇ 1 ਨੰਬਰ 'ਤੇ ਅਸੀਂ ਪਿੱਛੇ ਰਹਿ ਕੇ 2 ਨੰਬਰ 'ਤੇ ਹਾਂ। ਬਟ ਮੈਂ ਉਹਨੂੰ ਇਹ ਪੋਜ਼ੀਟਿਵ ਨੋਟ ਦਿੱਤਾ ਹੈ ਮੰਤਰੀ ਜੀ ਨੂੰ ਕਿ ਮੰਤਰੀ ਜੀ ਇਹਦਾ ਮਤਲਬ ਪੋਜ਼ੀਟਿਵ ਨੋਟ ਹੈਗਾ ਕਿ ਸਾਡੇ ਕੋਲ ਦੌੜਨ ਵਾਸਤੇ ਬਹੁਤ ਜ਼ਮੀਨ ਹੈ, ਸਾਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ਬੇਸਿਕਲੀ ਕੁੱਲ ਮਿਲਾ ਕੇ ਤੁਸੀਂ ਉਹਨਾਂ ਕੋਲ ਮੰਗ ਕੀ ਰੱਖੀ? ਮੈਂ ਤਾਂ ਨਹੀਂ ਕਹਿ ਰਿਹਾ ਸੀ ਕਿ ਜੇ ਤੁਸੀਂ ਇੰਨਾ ਕਰ ਰਹੇ ਹੋ, ਇੰਨਾ ਕਰਕੇ ਇਹਦੇ ਪਿੱਛੇ ਕਾਰਨ ਕੀ ਆ। ਉਹਨਾਂ ਸਾਨੂੰ ਜਦੋਂ ਕਾਰਨ ਪੁੱਛਿਆ, ਅਸੀਂ ਦੱਸਿਆ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਇਹ ਸਮਝ ਨਹੀਂ ਪਾ ਰਹੀ ਕਿ ਜਿਹੜਾ ਕਾਰਟਲ ਬਣਾ ਲਿਆ, ਤੁਸੀਂ ਕਾਰਟਲ ਬਣਾ ਲਿਆ ਪ੍ਰਾਈਵੇਟ ਸਟੀਲ ਪਲੇਅਰ ਨੇ, ਕਿ 1 ਸਾਲ ਦੇ ਵਿੱਚ 100% ਜਾਂ 90% ਰੇਟ ਵਧੇ ਨੇ? ਨਹੀਂ ਵਧੇ। ਮੰਤਰੀ ਜੀ ਨੇ ਬਹੁਤ ਚੰਗੀ ਤਰ੍ਹਾਂ ਸਾਡੀ ਗੱਲ ਨੂੰ ਗ੍ਰੈਬਸ ਕਰਕੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿ MSME ਸੈਕਟਰ ਇਨ ਬਾਈਸਾਈਕਲ ਇੰਡਸਟਰੀ, ਖਾਸ ਕਰਕੇ ਐਕਸਪੋਰਟਰ ਛੋਟੇ, ਇਹਨਾਂ ਨੂੰ ਤਵੱਜੋ ਦੇਣ ਦੀ ਲੋੜ ਹੈ ਤਾਂ ਕਿ ਇਹਨਾਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਅਸੀਂ ਉਹਨਾਂ ਨੂੰ ਮੰਗ ਇਹ ਕੀਤੀ ਹੈ ਕਿ ਸਾਨੂੰ ਸਟੀਲ ਥਰੂ ਆਊਟ ਦਾ ਈਅਰ ਰੈਗੂਲੇਟਡ ਪ੍ਰਾਈਸ 'ਤੇ, ਰੀਜ਼ਨੇਬਲ ਪ੍ਰਾਈਸ 'ਤੇ ਲੈ ਕੇ ਦਿਓ। ਪ੍ਰਾਈਵੇਟ ਪਲੇਅਰ ਦਾ ਕਾਰਟਲ ਤੋੜੋ। ਜਦੋਂ ਪ੍ਰਾਈਵੇਟ ਪਲੇਅਰ ਐਬਨੋਰਮਲ ਰੇਟ ਹਾਈਕ ਕਰਦੇ ਨੇ, ਉਦੋਂ ਜਿਹੜੀ ਗਵਰਨਮੈਂਟ ਓਨਡ ਸਟੀਲ ਕੰਪਨੀਆਂ ਨੇ, ਜਿਵੇਂ ਸੇਲ ਹੈ, ਇਹਨਾਂ ਨੂੰ ਜੰਪ ਕਰਕੇ ਵਿੱਚ ਆਉਣਾ ਚਾਹੀਦਾ। ਐਡੀਕੁਏਟ ਕੁਆਂਟਿਟੀ ਦੇ ਵਿੱਚ ਰੀਜ਼ਨੇਬਲ ਰੇਟ 'ਤੇ ਸਟੀਲ ਮਾਰਕੀਟ 'ਚ ਫਲੱਡ ਕਰ ਦਿਓ, ਇਹਨਾਂ ਦੀ ਬਲੈਕ ਖਤਮ ਹੋ ਜਾਏਗੀ। ਨਾਲ ਹੀ ਜਿਹੜਾ ਆਇਰਨ ਔਰ ਜਾਂ ਸਟੀਲ ਇਹ ਦੂਜੇ ਕੰਟਰੀ ਨੂੰ ਐਕਸਪੋਰਟ ਕਰ ਰਹੇ ਨੇ, ਬੈਨ ਲਗਾਇਆ ਜਾਵੇ ਤਾਂ ਕਿ ਜਦ ਤੱਕ ਇੰਡਸਟਰੀ ਲੋਕਲ ਇੰਡੀਅਨ ਦੀ ਭੁੱਖ ਪੂਰੀ ਨਹੀਂ ਹੁੰਦੀ, ਐਕਸਪੋਰਟ ਨਾ ਕਰਨ ਦਿਓ। ਕਿਉਂਕਿ ਚਾਈਨਾ ਸਾਡਾ ਸਟੀਲ, ਸਾਡਾ ਰॉ ਮਟੀਰੀਅਲ ਲੈ ਕੇ ਆਪਣੇ ਫਿਨਿਸ਼ ਪ੍ਰੋਡਕਟ ਭੇਜ ਰਿਹਾ ਇੰਡੀਆ ਨੂੰ ਇੰਡਸਟਰੀ ਤਬਾਹ ਕਰਨ ਵਾਸਤੇ। ਇਹਨਾਂ ਚੀਜ਼ਾਂ ਉੱਪਰ ਡਿਸਕਸ਼ਨ ਹੋਈ ਹੈ। ਅਸੀਂ ਇਹ ਵੀ ਡਿਮਾਂਡ ਰੱਖੀ ਸੀਗੀ ਕਿ ਨੈਸ਼ਨਲ ਸਟੀਲ ਕੰਜ਼ਿਊਮਰ ਕੌਂਸਲ, ਜਿਹੜੀ ਆਲਰੇਡੀ 2011 ਤੱਕ ਚੱਲ ਰਹੀ ਸੀਗੀ, 2011 ਨੂੰ ਲਾਸਟ ਮੀਟਿੰਗ ਹੋਈ ਸੀਗੀ, ਉਹਨੂੰ ਦੁਬਾਰਾ ਅਪਗ੍ਰੇਡ ਕਰਕੇ, ਰੀਸਟਰਕਚਰ ਕਰਕੇ ਉਹਦੀ ਮੀਟਿੰਗਸ ਨਾਲ ਲੈ ਕੇ ਆਉਂਦੀਆਂ ਜਾਣ, ਜਿਹਦੇ ਵਿੱਚ ਨੁਮਾਇੰਦੇ MSME ਸੈਕਟਰ ਬਾਈਸਾਈਕਲ ਦੇ, ਸਟੀਲ ਮੈਨੂਫੈਕਚਰ ਫਰੋਮ ਪ੍ਰਾਈਵੇਟ ਸੈਕਟਰ, ਗਵਰਨਮੈਂਟ ਦੇ ਸਟੀਲ ਮੈਨੂਫੈਕਚਰਰਸ, ਪਲੱਸ ਗਵਰਨਮੈਂਟ ਦੇ ਆਫੀਸ਼ੀਅਲਸ, ਇਹ ਸਾਰੇ ਬੈਠਣ, ਇੱਕ ਟੇਬਲ 'ਤੇ ਡਿਸਕਸ਼ਨ ਹੋਵੇ। ਜਿੱਥੇ ਗਲਤੀ ਆ ਰਹੀ ਹੈ ਜਾਂ ਉਹਨਾਂ ਦਾ ਕਾਰਟਲ ਤੋੜਨ ਦੀ ਲੋੜ, ਆਪਾਂ ਤੋੜ ਦਈਏ। ਮੰਤਰੀ ਜੀ ਨੇ ਇਮੀਡੀਏਟਲੀ ਕੁਝ ਅਜਿਹੇ ਐਕਸ਼ਨ ਲਏ ਨੇ ਸਾਡੇ ਸਾਹਮਣੇ, ਜਿਹਨੂੰ ਮੈਂ ਆਫੀਸ਼ੀਅਲ 'ਤੇ ਨਹੀਂ ਤੌਰ 'ਤੇ ਉਹਨੂੰ ਦੱਸ ਪਾਵਾਂਗਾ ਕਿਉਂਕਿ ਮੰਤਰੀ ਜੀ ਦੱਸਣਗੇ। ਅਤੇ ਬਹੁਤ ਜਲਦੀ ਇੱਕ ਵੱਡੀ ਮੀਟਿੰਗ, ਜਿਹਦੇ ਵਿੱਚ ਅਸੀਂ ਨੁਮਾਇੰਦੇ ਸਟੀਲ ਮੈਨੂਫੈਕਚਰ, ਪ੍ਰਾਈਵੇਟ, ਗਵਰਨਮੈਂਟ ਅਤੇ ਗਵਰਨਮੈਂਟ ਆਫੀਸ਼ੀਅਲਸ ਬੈਠ ਕੇ ਇਸ ਮਸਲੇ ਦਾ ਹੱਲ ਬਹੁਤ ਹੀ ਜਲਦੀ ਕੱਢ ਦਿਆਂਗੇ। ਇਸ ਤੋਂ ਇਲਾਵਾ ਅਸੀਂ ਇਹ ਵੀ ਦੱਸਿਆ ਕਿ ਇੰਡੀਅਨ ਇੰਡਸਟਰੀ ਨੂੰ ਅੱਗੇ ਲਿਜਾਣ ਵਾਸਤੇ ਸਾਡੀ ਟੈਕਨੋਲੋਜੀ ਦਾ ਗੈਪ ਬਹੁਤ ਜ਼ਿਆਦਾ ਹੈਗਾ। ਜਿਵੇਂ ਟੈਕਸਟਾਈਲ ਇੰਡਸਟਰੀ ਨੂੰ ਤੁਸੀਂ ਟਫ ਸਕੀਮ ਦਿੱਤੀ ਸੀ, ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ,
ਉਸ ਤਰ੍ਹਾਂ ਦਾ ਫੰਡ ਦਿਓ ਤਾਂ ਕਿ ਅਸੀਂ ਅਲੋਏ ਸਟੀਲ, ਕਾਰਬਨ ਸਟੀਲ ਜਾਂ ਟਾਈਟੇਨੀਅਮ ਜਿੱਥੇ ਚਾਈਨਾ ਪਹੁੰਚ ਚੁੱਕਾ, ਅਸੀਂ ਲਈ ਸਾਰਾ ਲੋਹੇ ਦਾ ਸਾਈਕਲ ਬਣਾ ਰਹੇ ਹਾਂ, ਆਲ ਸਟੀਲ ਟੈਕਨੋਲੋਜੀ ਅਪਗ੍ਰੇਡ ਕਰੀਏ, ਸਾਨੂੰ ਰॉ ਮਟੀਰੀਅਲ ਕੰਪੀਟੀਟਿਵ ਪ੍ਰਾਈਸ ਤੇ ਇੰਟਰਨੈਸ਼ਨਲ ਕੁਆਲਿਟੀ ਐਂਡ ਸਟੈਂਡਰਡ ਦਾ ਪ੍ਰੋਵਾਈਡ ਕਰਾਓ। ਨਾਲ ਇੱਕ ਸਾਨੂੰ ਇੱਕ ਥੋੜ੍ਹਾ ਜਿਹਾ ਫੰਡ ਰੇਜ਼ ਕਰਕੇ ਦਿਓ, ਚਾਹੇ ਉਹ ਇੰਟਰਸਟ ਸਬਸਿਡੀ ਹੈ, ਤਾਂ ਕਿ ਅਸੀਂ ਬਾਹਰੋਂ ਟੈਕਨੋਲੋਜੀ ਤੇ ਮਸ਼ੀਨਰੀ ਲਿਆ ਕੇ ਅਨਟੱਚ ਏਰੀਏ ਜਿਹੜੇ ਯੂਰਪੀਅਨ ਕੰਟਰੀਜ਼ ਨੇ ਉਹਨਾਂ ਨੂੰ ਟੱਚ ਕਰਕੇ, ਜਿਹੜੇ ਇਸ ਵੇਲੇ ਚਾਈਨਾ ਤੋਂ ਦੂਰ ਹੋ ਰਹੇ ਨੇ, ਕਿਤੇ ਹੋਰ ਨਾ ਜਾਂਦੀ ਹੈ, ਇੰਡੀਆ 'ਚ ਲਿਆ ਕੇ ਪ੍ਰਧਾਨ ਮੰਤਰੀ ਜੀ ਦਾ ਆਤਮ ਨਿਰਭਰ ਤੇ ਵੋਕਲ ਫਾਰ ਲੋਕਲ ਦੇ ਸਲੋਗਨ ਨੂੰ ਸਾਕਾਰਤ ਕਰਕੇ ਦੱਸੀਏ। ਸਰ, ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਹਾਈ ਪਾਵਰ ਡੈਲੀਗੇਸ਼ਨ ਸੀ, ਓਬਵੀਅਸਲੀ ਤੁਸੀਂ ਜਿਨ੍ਹਾਂ ਦੇ ਨਾਮ ਲਿੱਤੇ ਬੜੇ ਸਮਝਦਾਰ ਤੇ ਸੂਝਵਾਨ ਲੋਕ ਹੈਗੇ ਆਪਣੇ ਡੈਲੀਗੇਸ਼ਨ ਦੇ, ਕੀ ਇਹਨਾਂ ਦੇ ਜਿਹੜੇ ਤੁਸੀਂ ਲੌਜਿਕਸ ਦਿੱਤੇ ਉਸ ਤੋਂ ਬਾਅਦ ਮੰਤਰੀ ਜੀ ਨੂੰ ਕਿਤੇ ਇਹ ਰਿਅਲਾਈਜ਼ ਹੋਇਆ ਕਿ ਐਕਚੁਅਲ ਸਟੀਲ ਮੈਨੂਫੈਕਚਰਰ ਕਾਟਲ ਬਣਾ ਕੇ ਇੰਡਸਟਰੀ ਨੂੰ ਬਰਬਾਦ ਕਰ ਰਹੇ? ਦੇਖੋ, ਮੈਂ ਸ਼ਾਇਦ ਤੁਹਾਨੂੰ ਇੱਕ ਇਸ਼ਾਰੇ ਨਾਲ ਗੱਲ ਕੀਤੀ ਜੀ, ਮੰਤਰੀ ਜੀ ਨੇ ਉਸੇ ਵੇਲੇ ਕੁਝ ਗੱਲਬਾਤ ਕੀਤੀ ਹੈ ਕੁਝ ਡਿਪਾਰਟਮੈਂਟਸ ਦੇ ਵਿੱਚ, ਜਿਹਨੂੰ ਸ਼ਾਇਦ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਜੀ। ਇਹ ਮੰਤਰੀ ਜੀ ਦਾ ਪ੍ਰੀਵਿਊ ਹੈ ਜੀ, ਸਾਨੂੰ ਤਾਂ ਸਿਰਫ ਆਪਣਾ ਹੱਲ ਚਾਹੀਦਾ ਸੀ, ਉਹ ਮਿਲਣ ਦੀ ਉਮੀਦ ਹੈ ਜੀ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੀ। ਹੋਰ ਇਸ ਤੋਂ ਇਲਾਵਾ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੋਈ ਹੋਵੇ? ਦੇਖੋ, ਅਸੀਂ ਤੁਹਾਨੂੰ ਦੋ ਚੀਜ਼ਾਂ ਦੇਤੀਆਂ ਕਿ ਟੈਕਨੋਲੋਜੀ ਗੈਪ ਨੂੰ ਬ੍ਰਿਜ ਕਰਕੇ ਦਿਓ, ਸਾਨੂੰ ਟਫ ਸਕੀਮ ਦਿਓ ਬਾਈਸਾਈਕਲ ਇੰਡਸਟਰੀ ਵਾਸਤੇ। ਜੇ ਅਸੀਂ ਬਾਈਸਾਈਕਲ ਇੰਡਸਟਰੀ ਨੂੰ ਹੁਣ ਹੈਂਡ ਹੋਲਡਿੰਗ ਨਹੀਂ ਕਰਾਂਗੇ, ਇਹ ਨਾ ਹੋਵੇ ਕਿ ਬਾਈਸਾਈਕਲ ਇੰਡਸਟਰੀ ਡਰਾਊਨ ਕਰ ਜਾਏ। ਚਾਈਨਾ ਦੇ ਵਿੱਚੋਂ ਜਿਹੜਾ ਮੇਕ ਸ਼ਿਫਟ ਹੋ ਰਿਹਾ ਹੈ ਇੰਡਸਟਰੀਅਲ ਹੱਬ, ਉਹ ਇੰਡੀਆ ਦੀ ਬਜਾਏ ਜਿਵੇਂ ਲੰਕਾ ਚਲਾ ਗਿਆ, ਇੰਡੋਨੇਸ਼ੀਆ ਚਲਾ ਗਿਆ, ਛੋਟੇ ਕੰਟਰੀ ਚਲਾ ਗਿਆ, ਵੀਅਤਨਾਮ ਚਲਾ ਗਿਆ, ਬੰਗਲਾਦੇਸ਼ ਚਲਾ ਗਿਆ, ਇੰਡੀਆ ਵਾਂਝਾ ਨਾ ਰਹਿ ਜਾਵੇ। ਇਹਦੀ ਗੰਭੀਰਤਾ ਨੂੰ ਦੇਖਦੇ ਹੋਏ ਮੰਤਰੀ ਜੀ ਨੇ ਸਾਡੇ ਸਾਹਮਣੇ ਕੁਝ ਐਕਸ਼ਨ ਲਏ ਨੇ, ਜਿਨ੍ਹਾਂ ਨੂੰ ਅਸੀਂ ਸ਼ਾਇਦ ਸਰ, ਇਹ ਕਦੋਂ ਤੱਕ ਉਹਨਾਂ ਨੇ ਆਸ਼ਵਾਸਨ ਦਿੱਤਾ ਇਹ ਚੀਜ਼ਾਂ, ਐਟਲੀਸਟ ਸਟੀਲ ਪ੍ਰਾਈਸਿਸ ਜਿਹੜਾ ਸਾਡਾ ਸਭ ਤੋਂ ਜਵਲੰਤ ਮੁੱਦਾ ਹੈਗਾ, ਸਟੀਲ ਪ੍ਰਾਈਸਿਸ ਦਾ ਉਹਨਾਂ ਨੇ ਕਦੋਂ ਤੱਕ ਇਨਸ਼ੋਰ ਕੀਤਾ ਕਿ ਕੁਝ ਐਕਸ਼ਨ ਜਾਂ ਰਿਐਕਸ਼ਨ ਦਿਖਾਉਣ ਦੀ? ਮੈਂ ਕਹਿੰਦਾ ਇੱਕ ਲਗਭਗ ਟਾਈਮ, ਠੀਕ ਹੈ ਤੁਸੀਂ ਇਹ ਨਹੀਂ ਦੱਸ ਸਕਦੇ ਕੀ ਉਹਨਾਂ ਨੇ ਕਿਹਾ, ਪਰ ਇਹ ਤਾਂ ਦੱਸ ਸਕਦੇ ਹੋ ਨਾ ਕਿ ਕਦੋਂ ਤੱਕ ਦਾ ਆਸ਼ਵਾਸਨ ਮਿਲੇ? ਬਹੁਤ ਹੀ ਜਲਦੀ, ਕਿਉਂਕਿ ਜਿਸ ਤਰ੍ਹਾਂ ਮੇਰੀ ਸਟੇਟ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨਾਲ ਗਈ ਹੈ, ਉਹਨਾਂ ਨੇ ਗੰਭੀਰਤਾ ਨੂੰ ਭਾਪ ਲਿਆ ਵਾ। ਸਾਡੀ ਪ੍ਰੈਜੈਂਟੇਸ਼ਨ ਨੂੰ, ਤੁਸੀਂ ਤਾਂ ਖੁਦ ਬੀਜੇਪੀ ਦੇ ਬਹੁਤ ਪੁਰਾਣੇ ਇੱਕ ਉੱਗੇ ਨਜ਼ਦੀਕੀ ਉਹ ਰਹੇ ਹੋ, ਨਹੀਂ ਇਹ ਤਾਂ ਚੀਜ਼ ਰਹੇ ਹੋ ਤੁਸੀਂ, ਬਹੁਤ ਨਜ਼ਦੀਕੀ ਤੁਸੀਂ ਬੀਜੇਪੀ ਦੇ ਵਰਕਰਾਂ ਦੇ ਨਾਲ ਕੰਮ ਕੀਤਾ ਹੈ, ਸੋ ਤੁਹਾਨੂੰ ਪਤਾ ਹੈ, ਤੁਸੀਂ ਰਗ ਰਗ ਤੋਂ ਵਾਕਫ, ਇੰਨਾ ਕੁ ਤਾਂ ਸਾਨੂੰ ਪਤਾ ਹੈ। ਸਰ ਚਾਵਲਾ ਸਾਹਿਬ, ਠੀਕ ਹੈ ਤੁਸੀਂ ਬੀਜੇਪੀ ਦੇ ਵਿੱਚ ਸ਼ਾਇਦ ਨਾ ਹੋਵੋ, ਪਰ ਤੁਸੀਂ ਉਹਨਾਂ ਦੇ ਨਾਲ ਬਹੁਤ ਕਰੀਬੀ ਕੰਮ ਕੀਤਾ, ਸਾਨੂੰ ਇਹ ਚੀਜ਼ ਤਾਂ ਪਤਾ ਹੈ। ਸਰ, ਮੇਰਾ ਹਰ ਪੋਲੀਟੀਕਲ ਪਾਰਟੀ ਨਾਲ ਓਨਾ ਹੀ ਗਹਿਰਾ ਸੰਬੰਧ ਹੈ, ਕਿਉਂਕਿ ਮੈਂ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦਾ ਹਾਂ। ਸੋ ਮੈਂ ਪੋਲੀਟੀਕਲ ਬੰਦਾ ਨਹੀਂ ਹੈਗਾ ਜੀ। ਅਸੀਂ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਨ ਗਏ ਸੀਗੇ। ਮੇਰੀ ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਹੈ, ਚਾਹੇ ਬੀਜੇਪੀ ਹੈ, ਚਾਹੇ ਹੋਰ ਪਾਰਟੀਆਂ ਨੇ, ਅਸੀਂ ਤੇ ਆਪਣੀ ਝੋਲੀ ਫੈਲਾ ਕੇ ਉਹਨਾਂ ਕੋਲ ਮੰਗ ਰੱਖਣੀ ਹੈ। ਹਾਂ, ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਜੋ ਅਸੀਂ ਐਟੀਟਿਊਡ ਦੇਖਿਆ ਮੰਤਰਾਲੇ ਦਾ, ਖਾਸ ਕਰਕੇ ਪੀਯੂਸ਼ ਗੋਇਲ ਜੀ ਦਾ, ਸੋਮ ਪ੍ਰਕਾਸ਼ ਜੀ ਦਾ, ਕਿਉਂਕਿ ਮੇਰੇ ਜੋ ਮੈਮੋਰੈਂਡਮ ਦਿੱਤਾ ਸੀ ਅਸੀਂ ਤਾਂ ਆਪ ਜੀ ਨੂੰ ਹੀ ਭੇਜਿਆ ਹੋਇਆ, ਇੱਕ ਦਿਨ ਪਹਿਲਾਂ ਹੀ ਪ੍ਰੀ ਹੈਂਡ ਚਲਾ ਗਿਆ ਸੀਗਾ। ਮੈਂ ਜਦੋਂ ਟਰੈਵਲ ਕਰ ਰਿਹਾ ਸੀ ਕੱਲ੍ਹ ਸਵੇਰੇ ਦਿੱਲੀ, ਦੇਖੋ ਮੈਂ ਕੱਲ੍ਹ ਸਵੇਰੇ ਅਰਲੀ ਮਾਰਨਿੰਗ ਨਿਕਲਿਆ ਮੀਟਿੰਗ ਤੋਂ ਬਾਅਦ, ਕੱਲ੍ਹ ਰਾਤ ਨੂੰ 1:15 ਵਜੇ ਲੁਧਿਆਣੇ ਵਾਪਸ ਆਇਆ ਵਾਂ। ਇਨ ਬਿਟਵੀਨ ਮੈਨੂੰ ਉਹਨਾਂ ਦੇ ਅੰਡਰ ਸੈਕਟਰੀ ਦਾ ਡਿਫਰੈਂਟ ਡਿਪਾਰਟਮੈਂਟ ਦੇ ਕਾਲਸ ਆਉਂਦੇ ਰਹੇ ਨੇ, ਕਿਉਂਕਿ ਮੰਤਰੀ ਜੀ ਨੇ ਸਾਡੇ ਜਾਣ ਤੋਂ ਪਹਿਲਾਂ ਗੰਭੀਰਤਾ ਨੂੰ ਦੇਖਦੇ ਹੋਏ ਹੋਮਵਰਕ ਵੀ ਕਰ ਲਿਆ ਸੀਗਾ ਤੇ ਆਪਣੇ ਡਿਪਾਰਟਮੈਂਟ ਦੀ ਨੋਟਿੰਗ ਵੀ ਮੰਗਾ ਲਈ ਸੀਗੀ। ਇਹਦਾ ਹੀ ਨਤੀਜਾ ਤੁਸੀਂ ਦੱਸਿਆ ਸੀਗਾ ਕਿ ਹੀਰੋ ਸਾਈਕਲ ਵਰਗੀ ਕੰਪਨੀਆਂ ਦੇ ਵੀ ਰਿਪਰੈਜ਼ੈਂਟੇਟਿਵ ਸੀਗੇ, ਉਹਨਾਂ ਨੇ ਕਿੱਦਾਂ ਦੇ ਤਰਕ ਰੱਖੇ? ਦੇਖੋ, ਮੈਂ ਤੁਹਾਨੂੰ ਇੱਕ ਬਾਈ ਨੇਮ ਤਰਕ ਦੇਣ ਦੀ ਬਜਾਏ ਟੋਟਲ ਕੰਸੋਲੀਡੇਟਡ ਦੱਸਦਾ ਵੀ ਸਾਡਾ ਡਿਮਾਂਡਸ ਕੀ ਸੀਗੀਆਂ, ਸਾਰੀਆਂ ਦੀ ਸਾਂਝੀ ਡਿਮਾਂਡ ਸੀਗੀਆਂ। ਸੋ ਇੱਕ ਕਰਾਂਗਾ ਤੇ ਬਹੁਤ ਟਾਈਮ ਲੱਗ ਜਾਏਗਾ। ਅਲਟੀਮੇਟਲੀ ਹੋਇਆ ਕਿ ਜੋ ਉਹਨਾਂ ਦੀ ਲਾਈਨ ਆਫ ਐਕਸ਼ਨ, ਬਾਡੀ ਲੈਂਗੁਏਜ ਜਾਂ ਮੌਕੇ 'ਤੇ ਉਹਨਾਂ ਨੇ ਜੋ ਕੰਮ ਕੀਤਾ, ਸਾਡੀ ਐਕਸਪੈਕਟੇਸ਼ਨ ਤੋਂ ਬਾਹਰ ਸੀਗਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹਦੇ ਨਤੀਜੇ ਬਹੁਤ ਜਲਦੀ ਇੰਡਸਟਰੀ ਸਾਹਮਣੇ ਆਉਣਗੇ ਤੇ ਪੋਜ਼ਿਟਿਵ ਆਉਣਗੇ। ਥੈਂਕ ਯੂ ਵੈਰੀ ਮਚ। ਸੋ ਦੋਸਤੋ, ਇਹ ਸੀਗੇ DS ਚਾਵਲਾ ਜੀ। ਇਹਨਾਂ ਨੇ ਸਾਨੂੰ ਇੱਕ ਵਾਰੀ ਅਪਡੇਟ ਕੀਤਾ ਕਿ ਕੀ ਇਹਨਾਂ ਦੀ ਮੀਟਿੰਗ ਰਹੀ ਪੀਯੂਸ਼ ਗੋਇਲ ਜੀ ਨਾਲ, ਡੈਲੀਗੇਸ਼ਨ 'ਚ ਕੌਣ ਸੀਗਾ ਔਰ ਕਿੱਦਾਂ ਦੀਆਂ ਮੰਗਾਂ ਰੱਖੀਆਂ ਗਈਆਂ। ਉਮੀਦ ਕਰਦੇ ਹਾਂ ਜੋ ਬਾਡੀ ਲੈਂਗੁਏਜ ਜਾਂ ਜੋ ਵੀ ਇਹਨਾਂ ਨੂੰ ਲਾਈਨ ਆਫ ਐਕਸ਼ਨ, ਇੱਕ ਪੋਜ਼ਿਟਿਵ ਐਟੀਟਿਊਡ ਮਿਲਿਆ ਇੰਡਸਟਰੀ ਦਾ, ਉਹ ਬਹੁਤ ਜਲਦ ਇਹਨਾਂ ਦੀ ਜਿਹੜੀ ਉਮੀਦਾਂ ਦੇ ਪੂਰਾ ਉਤਰੇਗਾ ਔਰ ਇੰਡਸਟਰੀ ਦਾ ਭਲਾ ਹੋਏਗਾ। ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਾਨੇ ਤੈਸ਼ੀ। ਧੰਨਵਾਦ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।